ਅਮਰ ਹਕ ਸਾਹਿਬ ਨੇ ਕਿਹਾ ਜੀ ਮੈਂ ਮੀਰ ਸਾਹਿਬ ਨਾਲ ਗੱਲ ਕਰਨੀ ਹੈ। ਮੀਰ ਸਾਹਿਬ ਨੇ ਕਹਤਾ ਜੀ ਮੈਂ ਨਹੀਂ ਕਰਨੀ। ਹੁਣ ਅਮਰ ਹਕ ਸਾਹਿਬ ਨੂੰ ਪਤਾ ਲੱਗ ਗਿਆ ਨਾ ਕਿ ਉਹਨੇ ਨਹੀਂ ਗੱਲ ਕਰਨੀ। ਜਿਵੇਂ ਅਦਨਾਨ ਰਸ਼ੀਦ ਸਾਹਿਬ ਨੇ ਕਹਤਾ ਜੀ ਮੈਂ ਮੀਰ ਸਾਹਿਬ ਨਾਲ ਨਹੀਂ ਗੱਲ ਕਰਨੀ, ਉਸ ਤੋਂ ਬਾਅਦ ਮੀਰ ਸਾਹਿਬ ਬੈਠੇ ਰਹੇ ਤੇ ਆਪਣੇ ਮੂੰਹ ਸਿਰ ਬੈਠੇ ਰਹੇ ਨਾ। ਮੈਂ ਤਾਂ ਨਹੀਂ ਉਹਨੂੰ ਬੰਨ ਕੇ ਬਿਠਾਇਆ ਕਿ ਤੁਸੀਂ ਬੈਠੇ ਰਹੋ ਜੀ ਜਾਂ ਮੈਂ ਤੁਹਾਡੀ ਅਦਨਾਨ ਰਸ਼ੀਦ ਸਾਹਿਬ ਨਾਲ ਗੱਲ ਕਰਾਵਾਂਗਾ। ਜਦੋਂ ਇਮਤਿਆਜ਼ ਸਾਹਿਬ ਦੀ ਤੇ ਮੀਰ ਸਲੀਮ ਸਾਹਿਬ ਦੀ ਗੱਲ ਖਤਮ ਹੋਈ ਹੈ, ਉੱਥੇ ਤੁਸੀਂ ਵੇਖ ਲੈਣਾ ਜਾ ਕੇ ਪੂਰੀ ਲਾਈਵ ਵਿੱਚ। ਮੈਂ ਖੁਦ ਅਮਰ ਹੱਕ ਨੂੰ ਮਾਈਕ ਦਿੱਤਾ, ਲੈ ਵੀ ਅਮਰ ਹੱਕ ਮੈਂ ਤੈਨੂੰ ਕਹਿ ਦੇਣਾ ਕਿ ਤੈਨੂੰ ਮੈਂ ਮੌਕਾ ਦਾਂਗਾ, ਐਲਾ ਮੇਰੇ ਲਈ ਮੌਕਾ ਹੀ ਕਰ ਲਾ ਮੀਰ ਸਾਹਿਬ ਨਾਲ ਗੱਲ। ਉਹਨੇ ਗੱਲ ਕਰਨ ਦੀ ਕੋਈ ਕੀਤੀ, ਮੀਰ ਨੇ ਕਿਹਾ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ। ਅੱਛਾ ਅਮਰ ਭਾਈ, ਮੀਆਂ ਜੀ ਤੇ ਤੁਹਾਨੂੰ ਵੀ ਮੌਕਾ ਨਹੀਂ ਦੇ ਰਹੇ, ਮੈਨੂੰ ਸਿਰਫ 1 ਮਿੰਟ ਅਸੀਂ ਇਜਾਜ਼ਤ ਮਿਲ ਸਕਦੀ ਹੈ। ਕਰੋ ਕਰੋ ਅਬੂ ਬਕਰ ਸਾਹਿਬ ਜਿੰਦੇ ਤੇ ਇਲਜ਼ਾਮ ਲੱਗਦਾ ਨਾ ਉਹਨੂੰ ਹੀ ਬਹੁਤੀਆਂ ਸਫਾਈਆਂ ਦੇਣੀਆਂ ਪੈਂਦੀਆਂ ਨੇ। ਤੁਸੀਂ ਤੇ ਚੁੱਪ ਕਰਕੇ ਇਲਜ਼ਾਮ ਲਾਤਾ। ਓਏ ਅੱਲਾਹ ਤੁਹਾਡਾ ਭਲਾ ਕਰੇ। ਅੱਛਾ ਅਮਰ ਭਾਈ, ਕੱਲ ਤੱਕ ਨਾ ਮੈਂ ਵੀ ਇਹੀ ਸਮਝਦਾ ਥਾ ਪਿਆ ਕਿ ਜਿਹੜਾ ਨਾ ਅਮਰ ਹੱਕ ਉਹਨਾਂ ਨੂੰ ਇਮਤਿਆਜ਼ ਸਾਹਿਬ ਨੂੰ ਮੁਨਾਜ਼ਰਾ ਕਰਨਾ ਚਾਹੀਦਾ ਸੀ, ਲੇਕਿਨ ਮੈਂ ਜਦੋਂ ਸਾਰੀਆਂ ਗੱਲਾਂ ਸੁਣੀਆਂ ਤੇ ਮੈਂ ਫਿਰ ਜਾ ਕੇ ਪੂਰੀ ਵੀਡੀਓ ਜਿਹੜੀ ਹੈ ਨਾ ਮੈਂ ਦੇਖੀ, ਔਰ ਮੈਂ ਪੂਰੀ ਰਾਤ ਇਹਦੇ ਪਿੱਛੇ ਮੈਂ ਜ਼ਾਇਆ ਕੀਤੀ ਹੈ। ਕਮ ਸੇ ਕਮ 3 ਘੰਟੇ ਮੈਂ ਜ਼ਾਇਆ ਕੀਤੇ ਰਾਤੀ, ਔਰ ਪੂਰੀ ਵੀਡੀਓ ਮੈਂ ਚੈੱਕ ਕੀਤੀ। ਉਹਦੇ ਵਿੱਚ ਕੱਲ ਮੁਨਾਜ਼ਰਾ ਹੋਇਆ, ਜਿਹੜਾ ਅਸਲ ਇਸ਼ਤਿਹਾ ਹੋਇਆ ਸੀ ਉਹ ਇਬਨ ਮਾਜਾ ਸਾਹਿਬ ਦਾ ਔਰ ਅਦਨਾਨ ਰਸ਼ੀਦ ਸਾਹਿਬ ਦਾ ਔਰ ਇਮਤਿਆਜ਼ ਸਾਹਿਬ ਦਾ। ਇਹਨਾਂ 3 ਬੰਦਿਆਂ ਦੀ ਗੱਲ ਹੋਣੀ ਸੀ, ਬਾਕੀ ਕਿਸੇ ਦੀ ਵੀ ਉੱਥੇ ਗੱਲ ਹੋਣੀ ਕੋਈ ਨਹੀਂ ਸੀ। ਉਹਨਾਂ ਦੀ ਜਦੋਂ ਗੱਲ ਪੂਰੀ ਕੰਪਲੀਟ ਹੋ ਗਈ ਹੈ, ਉਸ ਤੋਂ ਬਾਅਦ ਮੀਆਂ ਸਾਹਿਬ ਨੇ ਜਿਹੜਾ ਨਾ ਉਹ ਓਪਨ ਕੀਤਾ ਕਿ ਭਈ ਆਪਣਾ ਤੁਸੀਂ ਤਜਜ਼ੀਆ ਦੇ ਦਿਓ, ਔਰ ਡਿਬੇਟ ਦੇ ਉੱਤੇ ਤੁਸੀਂ ਆਪਣਾ ਤਬਸਰਾ ਨਹੀਂ ਕਰਨਾ, ਸਿਰਫ ਔਰ ਸਿਰਫ ਜਿਹੜੇ ਮੇਰੇ ਇੰਤਜ਼ਾਮਾਤ ਨੇ ਉਹਨਾਂ ਦੇ ਤਬਸਰਾ ਕਰਨਾ ਹੈ। ਅੱਛਾ ਅਮਰ ਹਕ ਸਾਹਿਬ ਜਿਹੜੇ ਨੇ ਉਹ ਪਹਿਲੇ ਬੋਲਣ ਲੱਗੇ ਨੇ ਤੇ ਮੀਰ ਸਲੀਮ ਸਾਹਿਬ ਆ ਗਏ ਨੇ। ਮੀਰ ਸਲੀਮ ਸਾਹਿਬ ਜਿਹੜੇ ਨੇ ਉਹਨਾਂ ਨੇ ਡਾਇਰੈਕਟ ਇਮਤਿਆਜ਼ ਸਾਹਿਬ ਦੇ ਨਾਲ ਉਹਨਾਂ ਨੇ ਗੱਲਬਾਤ ਜਿਹੜੀ ਸ਼ੁਰੂ ਕੀਤੀ ਉਹ ਇਹ ਕੀਤੀ, ਉਹਨਾਂ ਆਖਿਆ ਜੀ ਕਿ ਮੇਰਾ ਤੁਹਾਡੇ ਨਾਲ ਪੁਰਾਣਾ ਇੱਕ ਹਿਸਾਬ ਹੈ। ਉੱਥੇ ਅਮਰ ਹਕ ਸਾਹਿਬ ਨੇ ਟੋਕ ਦਿੱਤਾ, ਉਹਨਾਂ ਆਖਿਆ ਮੀਆਂ ਜੀ ਤੁਸੀਂ ਮੈਨੂੰ ਵੀ ਟੋਕਿਆ ਸੀ, ਰੋਕਿਆ ਸੀ, ਤੇ ਇਹ ਬੰਦਾ ਜਿਹੜਾ ਵੇ ਕਿਉਂ ਗੱਲ ਕਰ ਰਿਹਾ ਉਹ ਪੁਰਾਣੀ ਤਬਸਰੇ ਤੇ ਗੱਲ ਕਰੋ ਨਾ, ਸਿਰਫ ਤਬਸਰਾ ਕਰਨਾ ਹੈ। ਅੱਛਾ ਉਹ ਕਾਫੀ ਦੇਰ ਇਹਨਾਂ ਦੀ ਬਹਿਸ ਹੁੰਦੀ ਰਹੀ, ਔਰ ਮੀਰ ਸਲੀਮ ਨੇ ਬੜਾ ਤਲਖ ਲਹਿਜਾ ਜਿਹੜਾ ਉੱਥੇ ਇਸਤੇਮਾਲ ਕੀਤਾ ਅਮਰ ਹਕ ਤੇ ਵੀ, ਮਤਲਬ ਕਿ ਇੰਤਹਾਈ ਤੇਜ਼ ਲਹਿਜਾ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਹਨੂੰ ਥੱਲੇ ਕਿਉਂ ਨਹੀਂ ਲਾਉਂਦੇ, ਇਹਨੂੰ ਥੱਲੇ ਕਿਉਂ ਨਹੀਂ ਸੜਦੇ, ਇਹਦਾ ਮੈਗ ਬੰਦ ਕਿਉਂ ਨਹੀਂ ਕਰਦੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਉਹਨਾਂ ਬਹਰਹਾਲ ਕੀਤੀਆਂ। ਫਿਰ ਅਖੀਰ ਜਿਹੜਾ ਵੇ ਤੈਅ ਉਹਨਾਂ ਦਾ ਇਹ ਹੋਇਆ ਕਿ ਅਮਰ ਹਕ ਸਾਹਿਬ ਨੇ ਮੁਤਾਲਬਾ ਇਹ ਰੱਖਿਆ ਕਿ ਅਗਰ ਇਹ ਮੀਰ ਸਲੀਮ ਜਿਹੜਾ ਆਪਣਾ ਪੁਰਾਣਾ ਇੱਕ ਮੁੱਦਾ ਲੈ ਕੇ ਗੱਲ ਕਰਨਾ ਚਾਹੁੰਦਾ ਤੇ ਫਿਰ ਮੇਰਾ ਵੀ ਇੱਕ ਪੁਰਾਣਾ ਹਿਸਾਬ ਹੈ, ਉਹਦੇ ਤੇ ਵੀ ਗੱਲ ਹੋਏਗੀ। ਉਸ ਤੋਂ ਬਾਅਦ ਇਮਤਿਆਜ਼ ਸਾਹਿਬ ਨੇ ਵੀ ਇਸ ਸ਼ਰਤ ਦੇ ਉੱਤੇ ਜਿਹੜਾ ਵੇ ਨਾ ਇਮਤਿਆਜ਼ ਸਾਹਿਬ ਦੇ ਨਾਲ ਗੱਲ ਕੀਤੀ। ਉਹਨਾਂ ਕਿਹਾ ਜੀ ਠੀਕ ਹੈ, ਫਿਰ ਸਾਡੀਆਂ 2 ਇੱਥੇ ਜਿਹੜੇ ਨੇ ਮੁਨਾਜ਼ਰੇ ਤੈਅ ਹੋਣਗੇ, ਇੱਕ ਇਹ ਕਿ ਮੇਰੀ ਔਰ ਮੀਰ ਸਲੀਮ ਸਾਹਿਬ ਦੀ ਗੱਲ ਹੋਵੇਗੀ ਔਰ ਇਹਦੀਆਂ ਸ਼ਰਾਇਤ ਤੈਅ ਹੋਣਗੀਆਂ, ਦੂਸਰੀ ਜਿਹੜਾ ਅਮਰ ਹਕ ਸਾਹਿਬ ਦੀ ਔਰ ਇਹਨਾਂ ਦੀ ਮੀਰ ਸਲੀਮ ਸਾਹਿਬ ਦੀ, ਇਹਦੇ ਤੇ ਸ਼ਰਾਇਤ ਜਿਹੜੀਆਂ ਨੇ ਤੈਅ ਹੋਣਗੀਆਂ। ਮੀਰ ਸਲੀਮ ਸਾਹਿਬ ਦੇ ਮੂੰਹ ਵਿੱਚੋਂ ਕੋਈ ਲਫ਼ਜ਼ ਨਹੀਂ ਨਿਕਲਿਆ ਕਿ ਮੈਂ ਗੱਲ ਕਰਾਂਗਾ ਨਹੀਂ ਕਰਾਂਗਾ, ਬਿਲਕੁਲ ਖਾਮੋਸ਼ੀ। ਅੱਛਾ ਹੁਣ ਇਮਤਿਆਜ਼ ਸਾਹਿਬ ਦੀਆਂ ਤੇ ਤੈਅ ਹੋ ਗਈਆਂ, ਤੇ ਜਦੋਂ ਵਾਰੀ ਆਈ ਇਹਨਾਂ ਦੀ ਅਮਰ ਹਕ ਸਾਹਿਬ ਦੀ ਤੇ ਮੀਰ ਸਲੀਮ ਸਾਹਿਬ ਆਖਿਆ ਜੀ ਮੈਂ ਤੇ ਤੇਰੇ ਨਾਲ ਗੱਲ ਹੀ ਨਹੀਂ ਕਰਨੀ। ਠੀਕ ਹੈ ਜੀ, ਹੁਣ ਉੱਥੇ ਫਿਰ ਗੱਲ ਨਹੀਂ ਹੋਈ ਤੇ ਅਮਰ ਹਕ ਸਾਹਿਬ ਨੇ ਆਖਿਆ ਚਲੋ ਮੈਨੂੰ ਉਹਨਾਂ ਗੱਲ ਨਹੀਂ ਕੀਤੀ, ਮੈਨੂੰ ਆਪਣਾ ਹੁਣ ਮੌਕਫ ਤੇ ਸਾਹਮਣੇ ਰੱਖਣ ਦਿਓ। ਉਹ ਮੌਕਫ ਵੀ ਉਹਨਾਂ ਨੂੰ ਨਹੀਂ ਰੱਖਣ ਦਿੱਤਾ ਗਿਆ, ਔਰ ਬਾਰ-ਬਾਰ ਉਹਨਾਂ ਦਾ ਮਾਈਕ ਮਿਊਟ ਕਰੋ, ਥੱਲੇ ਲਾਓ, ਫਿਰ ਅਖੀਰ ਉਹਨਾਂ ਨੂੰ ਲਾ ਦਿੱਤਾ। ਜਿੱਥੇ ਤੱਕ ਗੱਲ ਹੈ ਕਿ ਅਦਨਾਨ ਰਸ਼ੀਦ ਸਾਹਿਬ ਨੇ ਜਿਹੜਾ ਵੀ ਉਹ ਮੀਰ ਸਲੀਮ ਨਾਲ ਗੱਲ ਨਹੀਂ ਕੀਤੀ, ਉਹ ਜ਼ਾਹਿਰ ਹੈ ਉਹਨਾਂ ਦਾ ਤੇ ਆਪਸ ਵਿੱਚ ਕੋਈ ਹੈ ਹੀ ਕੋਈ ਸੀ ਨਾ, ਉੱਥੇ ਮੁਨਾਜ਼ਰਾ ਨਾ ਹੋਣਾ ਸੀ, ਨਾ ਕੋਈ ਪੁਰਾਣੀ ਗੱਲ ਨਾ ਕੋਈ ਨਵੀਂ ਗੱਲ। ਉਹਨਾਂ ਤੇ ਡਾਇਰੈਕਟ ਕਹਿ ਦਿੱਤਾ ਨਾ ਕਿ ਮੈਂ ਇਹਦੇ ਨਾਲ ਗੱਲ ਨਹੀਂ ਕਰਨੀ, ਗੱਲ ਖਤਮ ਹੋ ਗਈ। ਫੱਡਾ ਤੇ ਇਹਨਾਂ ਦੋਵਾਂ ਦਾ ਸੀ ਨਾ, ਅਮਰ ਹਕ ਦਾ ਔਰ ਮੀਰ ਸਲੀਮ ਦਾ। ਇਹ ਸੀ ਅਸਲ ਪੁਆਇੰਟ। ਮੇਰਾ ਮੌਕਫ ਇਹ ਵੇ ਕਿ ਉੱਥੇ ਮੀਆਂ ਸਾਹਿਬ ਨੂੰ ਜਿਹੜਾ ਵੇ ਉਹ ਆਪਣਾ ਜਿਹੜਾ ਇਹਨਾਂ ਦਾ ਇੱਕ ਰੋਲ ਹੈ ਉਹ ਅਦਾ ਕਰਨਾ ਚਾਹੀਦਾ ਸੀ ਕਿ ਬਈ ਮੈਂ ਜਦੋਂ ਪ੍ਰੋਮਿਸ ਕੀਤਾ ਮੈਂ ਕਿ ਅਮਰ ਹਕ ਦੀ ਗੱਲ ਕਰਵਾਵਾਂਗਾ ਔਰ ਤੁਹਾਡਾ ਵੀ ਆਪਸ ਵਿੱਚ ਤੈਅ ਕਰਵਾਵਾਂਗਾ, ਜਾਂ ਤੇ ਮੀਆਂ ਸਾਹਿਬ ਵੀ ਸ਼ੁਰੂ ਤੋਂ ਕਹਿ ਦਿੰਦੇ ਕਿ ਮੈਂ ਤੁਹਾਡਾ ਆਪਸ ਵਿੱਚ ਤੈਅ ਨਹੀਂ ਕਰਵਾਵਾਂਗਾ, ਉਹ ਤੁਸੀਂ ਆਪ ਜਾਣੋ ਤੇ ਤੁਹਾਡਾ ਕੰਮ ਜਾਣੇ। ਮੀਆਂ ਸਾਹਿਬ ਦਾ ਫਰਜ਼ ਬਣਦਾ ਸੀ ਜਦੋਂ ਗੱਲ ਪਹਿਲੇ ਹੋ ਗਈ ਹੈ, ਔਰ ਇਮਤਿਆਜ਼ ਸਾਹਿਬ ਨੇ ਵੀ ਇਹ ਗੱਲ ਕਰ ਦਿੱਤੀ ਹੈ ਕਿ ਬਈ ਸਾਡੇ ਦੋਵਾਂ ਦਾ ਤੈਅ ਹੋਏਗਾ ਸ਼ਰਾਇਤ, ਤੇ ਦੋਵਾਂ ਦੀਆਂ ਤੈਅ ਹੋਣੀਆਂ ਚਾਹੀਦੀਆਂ ਸਨ। ਇੱਕ ਬੰਦੇ ਦੀ ਗੱਲ ਹੋ ਗਈ, ਦੂਸਰਾ ਜਿਹੜਾ ਵੀ ਉਹਨੂੰ ਬਾਰ-ਬਾਰ ਥੱਲੇ ਲਾ ਰਹੇ ਨੇ ਜਾਂ ਉਹਦਾ ਮਾਈਕ ਬੰਦ ਕਰ ਰਹੇ ਨੇ, ਇੰਤਹਾਈ ਜ਼ਿਆਦਤੀ ਹੈ, ਗਲਤ ਹੈ। ਔਰ ਇਮਤਿਆਜ਼ ਸਾਹਿਬ ਨੇ ਬਿਲਕੁਲ ਦਰੁਸਤ ਕੀਤਾ, ਉਹਨਾਂ ਆਖਿਆ ਭਾਈ ਅਗਰ ਅਮਰ ਹਕ ਨਾਲ ਤੁਸੀਂ ਇਹ ਸਲੂਕ ਕਰਦੇ ਹੋ ਤਾਂ ਫਿਰ ਮੈਂ ਵੀ ਮੁਨਾਜ਼ਰਾ ਤੁਹਾਡੇ ਇੱਥੇ ਆ ਕੇ ਨਹੀਂ ਕਰਾਂਗਾ ਪਲੇਟਫਾਰਮ ਤੇ, ਔਰ ਆਇੰਦਾ ਕਦੀ ਵੀ ਤੁਹਾਡੇ ਪਲੇਟਫਾਰਮ ਤੇ ਨਹੀਂ ਆਵਾਂਗਾ। ਉਹ ਕਹਿ ਕੇ ਗਏ ਨੇ ਉੱਥੇ, ਔਰ ਬਿਲਕੁਲ ਰਾਈਟ ਕਰਕੇ ਗਏ ਨੇ। ਗੱਲ ਤਾਂ ਦੱਸੋ ਨਾ ਕਿ ਫਿਰ ਜੀ ਇੱਕ ਮਿੰਟ ਅਨਵਰ ਭਾਈ ਮੈਂ ਬੈਠਾ, ਮੈਨੂੰ ਗੱਲ ਮੇਰੇ ਨਾਲ ਹੋ ਰਹੀ ਹੈ, ਮੈਂ ਹੀ ਬਿਟਨਸ ਹਾਂ। ਪਹਿਲੀ ਤੇ ਅਬੂ ਬਕਰ ਸਾਹਿਬ ਇਹ ਆਪਣੀ ਗਲਤਫਹਿਮੀ ਦੂਰ ਕਰ ਲਓ ਕਿ ਮੁਨਾਜ਼ਰਾ ਜਿਹੜਾ ਸੀ 2 ਬੰਦਿਆਂ ਨਾਲ ਸੀ। ਤੁਹਾਡੀ ਆਵਾਜ਼ ਨਹੀਂ ਅਦਨਾਨ ਰਸ਼ੀਦ
میاں صاحب عدنان اگر مجھے اجازت دیں تو میں ایک بار بات کرنا چاہتا ہوں اس پہ. اچھا ولیل بھائی آپ کر لیں. جی عامر بھائی، پہلے تو بات اس طرح ہے کہ میں آپ ہی کی وجہ سے یہ بات کر رہا ہوں کہ آپ بیٹھے ہیں یہاں پہ. آپ نے پوچھا ہے کہ عامر بھائی یہاں پر صرف اور صرف دو بندوں کی ہی بات طے ہوئی تھی شروع میں، اور میرے ہی سوال پہ بیسیکلی گفتگو طے ہوئی تھی. میں نے ایک سوال رکھا تھا میاں صاحب کی براڈ کے اوپر، اور نیچے امتیاز بھائی سن رہے تھے جیسے آپ سنتے ہوتے ہیں اکثر اوقات، ویسے امتیاز بھائی بھی سن رہے تھے. لیکن ان کو لگا کہ شاید مجھے جواب ٹھیک نہیں دیا جا رہا، تو وہ اوپر آئے اور انہوں نے تھوڑی گفتگو کرنا چاہی، لیکن ان کے پاس ٹائم کم تھا تو پھر انہوں نے ادھر ہی بیٹھے گفتگو طے کر لی. اس کے اندر انہوں نے بالکل یہ نہیں کہا تھا کہ میری طرف سے میں بھی بات کروں گا اور اس کے بعد عدنان رشید بھی بات کرے گا. ایسی کوئی بات نہیں ہوئی تھی. بالکل کیٹاگوریکل یہ بات ہوئی تھی کہ امتیاز صاحب آئیں گے اور وہی گفتگو کریں گے. اس مجھے پوری رداد کا ایک ایک چیز کا پتہ ہے، میں موجود ہوں ادھر. اور اس کے بعد میاں صاحب نے یہ کہا تھا ادھر کیٹاگوریکلی کہ ہماری طرف سے دو بندے ہوں گے، ایک ابن ماجہ ہوں گے اور ایک وہ الناصر بھائی ہوں گے، لیکن جو بھی اس ٹائم اویلیبل ہوگا نا میں اس کو ہی مناظرے کے لیے رکھوں گا، لیکن دو بندوں میں سے کوئی ایک ہوگا لازمی. تو یہ بات ایک پہلی تھی جو بالکل کلیئر ہو جانی چاہیے کہ وہاں پر بالکل ایسا نہیں تھا کہ دو بندوں کی گفتگو طے ہوئی تھی. اس کے بعد جو دوسری بات ہے وہ بھی بالکل طے ہو جانی چاہیے کہ جب یہ مناظرہ امتیاز صاحب کا اور ابن ماجہ کا ختم ہوا ہے، اس کے بعد عدنان رشید بھائی نے یہ بات کرنا چاہی کہ میں بھی گفتگو کرنا چاہتا ہوں 10 منٹ کی. ابھی کوئی معاملہ نیا نہیں شروع ہوا تھا، اور میاں صاحب نے پوچھا کہ کون گفتگو کرے گا، تو سلیم میر صاحب نے کہا کہ میں گفتگو کرنا چاہوں گا. وہاں پر کیٹاگوریکل ڈینائی کیا گیا عدنان رشید بھائی کی طرف سے کہ میں اس بندے سے بات نہیں کروں گا. جو بھی معاملات انہوں نے مطلب کوئی سخت بات نہیں کی، انہوں نے کہا میں سلیم میر سے بات نہیں کرنا چاہتا. تو میاں صاحب نے ان کا مائک بالکل واقعی میوٹ کروایا. انہوں نے کہا جی نہیں، آپ سے اگر وہ بات نہیں کرنا چاہتے، آپ نے بات نہیں کرنی. تو ابن ماجہ نے ہی دوبارہ بات کی. جب وہ بھی 10 منٹ ختم ہوئے ہیں، اس کے بعد کا یہ اگلا ماجرا ہے جو آپ کے سامنے پیش کیا جا رہا ہے. پچھلے معاملے کے اندر کوئی اس ٹھیک ہے، طرح کی بات نہیں ہے جہاں یہ پیش ہو رہی چلو ہے. وائنڈ جی اپ کریں اس کو. ٹائم میرے پاس تھوڑا، میں نے جانا ہے 10 منٹ میں. آپ میاں صاحب کی بات کر لیں چھوٹی سی، اور اس کے بعد جو اصل بات ہے وہ اس براڈ کی کریں کہ اب کوئی کسی بندے نے بات کرنی ہے، کروانی ہے کسی موضوع پر، کوئی طے کروائیں. ہم تو ہر ایک کے لیے ہر وقت تیار ہیں نا. جی علامہ صاحب آخری بات یہ ہے، جی دیکھیں آپ سب یوٹیوب کے یا پال ٹاک کے یا پتہ نہیں کہاں کہاں سے آپ رہے ہیں، ہم لوگوں کو کوئی پتہ نہیں، ہم بلائنڈ ہیں وہاں پہ آپ کے معاملات میں اور آپ کے تعلقات. اور تو بات یہ ہے کہ وہ جو بھی معاملے تھے ان کو اپنے طرف پہ اس کو ڈیل کرنا چاہیے تھا. امتیاز صاحب نے اپنا ڈیل کر لیا. وہ عامر صاحب نے کہا، انہوں نے نہیں کہا، میں نے کہا بھی وہ نہیں کرنا چاہتے، بات ختم. ہاں اب یہ جو بائیکاٹ کیا تو مجھے تو علامہ صاحب آپ کو پتہ ہے کہ مجھے اس سے کوئی دلچسپی نہیں ہے کہ کوئی میرے پاس آئے تو میں ڈبیٹ. ہاں اگر کسی نے اچھے رنگ میں کرنی ہے، میرا پلیٹ فارم ہر ایک کے لیے حاضر ہے، مسلم کے لیے بھی حاضر ہے، غیر مسلم کے لیے بھی حاضر ہے. کہے گا میں کرا دوں گا، نہیں کہے گا تو نہ کریں. میں اپنا اللہ اللہ خیر تو اللہ رات کو 2-3 گھنٹے ہم نے بات کرنی ہوتی ہے، کر لیتے ہیں، بس بات ختم. ٹھیک ہو گیا. ویسے صاحب اب آپ کی براڈ ہاں کی کیا آدھا منٹ دے دو یار، بس آدھا منٹ. عامر بھائی وہی ہے. تو بس میں یہ چاہتا ہوں کہ ایک ایک کر کے نا، جو ایک ایک دن کا کوئی دن رکھ کے تو ایک ٹائم طے کر لیں گے. اور بس میں چاہتا ہوں کہ جو میرا دیکھیں، میرا بہت سیدھا سیدھا سے ایجنڈا ہے. میرا ایجنڈا یہی ہے کہ میں نے میاں صاحب کو سمجھنا ہے، عقائد کو سمجھنا ہے. وہ ایک ایک دن رکھیں گے، چیزوں کو ایک ایک چھوٹے چھوٹے بیبی سٹیپس لے کے چلیں گے اور سمجھنا شروع کر دیں گے، تو چیزیں کلیئر ہو کے سامنے بھی آتی جائیں گی. میں بس یہ عامر بھائی چاہتا ہوں، اور آپ کی سائڈ سے بھی ہیلپ چاہیے مجھے. کل سے کوئی شروع کریں گے؟ کل سے شروع کرتے ہیں. ٹھیک ہے، کل سے شروع کرتے ہیں. کہاں سے اویس شروع بھائی، عامر بھائی معذرت کے ساتھ، اصل میں مسئلہ یہاں سے نہیں ہے. اویس بھائی بھی ایگری ہیں، عامر صاحب بھی ایگری ہیں. مسئلہ یہ ہے، ابھی موسیٰ صاحب نیچے آئے تھے یا میاں صاحب آئے بات کی ہے. میں معذرت کے ساتھ یہ کہنا چاہتا ہوں کہ موسیٰ صاحب کی بات کا خلاصہ یہ تھا کہ آپ یہاں پہ براڈ لگائیں گے، کنٹرول آپ کے پاس ہوگا، ادھر سے احمدی بلائیں گے ایک، ادھر سے ایک مسلمان آئے گا. آپ ہماری براڈ پہ آئیں تاکہ کنٹرول ہمارے ہاتھ میں ہو، ہم اپنی مرضی کی بات آپ سے کروائیں اور سنائیں، اور پھر آپ کو وہاں سے چلتا کرے تاکہ آپ اچھی طرح احمدیت کو سمجھ سکیں. یہاں پہ آپ نہیں سمجھ سکتے. تو میں یہ کہتا ہوں کہ اگر آپ واقعی آپ یہ، اور دوسرا وہ الزام لگا رہے تھے کہ جی آدھے حوالے، نامکمل حوالے، جھوٹ بولتے ہیں، یہ کرتے ہیں. تو گزارش یہ ہے کہ بھائی یہاں پہ آئیں اور آزادانہ ماحول میں آپ اپنی کتاب کا صفحہ بتانا مسلمان کا کام ہے.
پڑھنا جہاں سے آپ کہیں 1 صفحہ پیچھے 2 صفحے پیچھے آگے، ٹھیک ہے، اس کو دفاع کریں، ثابت کریں۔ جو آپ کہتے ہیں کہ الزام لگاتے ہیں، جھوٹ بولتے ہیں، اپنی مرضی کے توڑ موڑ کے حوالے پیش کرتے ہیں، تو یہاں پہ خود اپنے حوالے پیش کر کے خود وضاحت کریں، ٹھیک ہے۔ لیکن یہاں پہ آنے سے وہ جو گھبرا رہے تھے نا، موسیٰ صاحب جو کہہ رہے تھے کہ یہ ٹھیک نہیں ہے، ادھر آئیں ادھر آئیں، وہی میں یہی کہتا ہوں کہ یہاں پہ بات کریں ایک مسلمان، ایک احمدی، اور اس کے مطابق، تاکہ سب کو فائدہ ہو۔ وہاں پہ جائیں گے کنٹرولڈ بات ہوگی، اور مسلمان کو کھول کے بات کرنے کا موقع نہیں ملتا۔ آپ کی بات پوائنٹ ہے، میں اصل چیز یہ ہے کہ جو بندہ انٹرسٹڈ ہوتا ہے، اگر وہ خود ہوسٹ ہے اور وہ گفتگو میں انٹرسٹڈ ہے، کوئی بات سمجھنا چاہتا ہے یا اس کو آگے اس کی تفصیل چاہتا ہے، تو سب سے زیادہ اہم یہ ہے میری نظر میں۔ تو ان کا اویس صاحب کا جو ہے اسٹیٹس، وہ اس لیے زیادہ امپورٹنٹ ہے کہ یہ خود انٹرسٹڈ ہیں اور کسی بات کو سمجھنا چاہتے ہیں۔ باقی میاں صاحب بھی بہترین آدمی ہیں، ان کے ساتھ بھی گفتگو ان کے براڈ پر ہوتی رہی ہے۔ بہرحال پورا انصاف تو وہ ہمارے ایک دوست واٹس ایپ پہ افتخار چیمہ صاحب کہا کرتے تھے، پورا انصاف تو قیامت والے دن ہی لبنانا ہے۔ تھوڑا تھوڑا ٹھیک ہے، اتنا بھی کافی ہوتا ہے کہ آپ اپنے ساتھیوں کو گالم گلوچ سے روکیں، دھکے سے روکیں، اور کبھی تھوڑا بہت ہو بھی جائے تو ہم بھی ڈائجسٹ کریں۔ اب آگے بڑھائیں بات کو، کریں جی شروع، بتائیں کل کس وقت تک آنا ہے، کس موضوع پہ بات کرنی ہے، کس نے کرنی ہے؟ علامہ صاحب میاں صاحب کے کو نہیں، وہ میں نہیں بالکل مانتا ہوں اس چیز کو کہ کوئی انسان عقل کل نہیں ہے اور یا مکمل نہیں ہے، لیکن میاں صاحب کی زیادتی تو تب لے نا کہ اگر میاں صاحب گفتگو میں شیئر ہولڈر بن جائیں۔ وہ میاں صاحب کی تو ڈیوٹی صرف نظم و نسق ہے، دونوں بندوں کا ڈسپلن رکھنا اور بد کلامی نہیں کرنے دینا، اور ٹائمنگ کی حد تک۔ تو میاں صاحب کو آپ سوکھیوں کے ساتھ گلی میں کیوں رگڑ رہے ہیں؟ یا تو میاں صاحب بیچ میں حوالوں میں آ جائیں گفتگو کے دوران کہ نہیں جی مرزا صاحب نے یہ کہا تھا، قرآن میں یہ لکھا ہے، نبی پاک کی یہ ہدایت ہے، پھر تو میاں صاحب بھی پارٹی ہیں۔ اور میاں صاحب تو ٹائم پہ اور صرف ایک دوسرے کو بھی بدتذیبی نہیں کرنی، اتنی ڈیوٹی ہے ان کی، اور مخصوص ٹائم ہے، گھنٹہ 1.5 گھنٹہ یا 2 گھنٹے۔ جی السلام علیکم۔ وعلیکم السلام۔ اچھا میاں صاحب، اصل میں نا کل بھی نا، سوری معذرت ابو بکر بھائی، سوری معذرت نا، میں ذرا پہلے بھی آیا تھا۔ جی بولے۔ جزاک اللہ۔ کہ جیسے کہ ابھی یہ میاں صاحب کی بات ہو رہی ہے، تو میں اس کو میں بھی بالکل اینڈ تک رہا ہوں ساتھ۔ جو ابو بکر صاحب نے بات کی ہے اس کو اوپر محمد ولی صاحب انہوں نے کلیئر کر دیا، اس پہ میں کوئی کمنٹس نہیں دوں گا۔ باقی یہ عامر نذیر صاحب میاں صاحب کے پاس گئے تھے، تو انہی سے پوچھ لیں کہ جس دن ان کی ڈیبیٹ ہوئی ہے کیا ان کو کوئی ڈسٹربنس ہوئی ہے؟ میں اس دن پورا ساتھ بیٹھا رہا ہوں، وہی میں کہہ رہا ہوں نا، اگر انتظامی طور پہ چھوٹی موٹی ہو جائے تو اس کو اگنور کرنا چاہیے۔ میاں صاحب نے ان کی پوری گفتگو کروائی ہے، اینڈ تک کروائی، اور میں بیٹھا رہا ہوں۔ اور یہ کل پرسوں جو ہے اس دن میں بیٹھا رہا ہوں۔ ولید بھائی نے جو بات کی ہے وہ بالکل انہوں نے 100% بات ٹھیک کیا، ہوا ایسے ہی ہے، ٹھیک ہے۔ جو بات تھوڑا سا ماحول خراب ہوا اینڈ پہ ہوا، اس ڈبیٹ کے دوران میاں صاحب نے کسی تھرڈ بندے کو اندر نہیں بولنے دیا، نہ میاں صاحب نے کسی کو اتارا نہ کسی کو اوپر اٹھایا۔ میاں صاحب نے انصاف کے ساتھ کام لیا۔ جزاک اللہ، میں سر یہ بات کرنا چاہ رہا تھا۔ اگر علامہ صاحب دیکھا جائے تو یہ ایک منٹ پچھلی باتیں چھوڑ دیں اویس بھائی، نہیں 1 منٹ آپ دیکھیں، یہ چیف گیسٹ ہے، ان کا کام ہی نہیں تھا اس طرح موومنٹ کو لے کے جانا۔ انہوں نے تو اپنا گیسٹ والا کردار ادا نہیں کیا، یہ مہمان تھے، انہوں نے تو خود اپنا، سب نے میری طرف سے بھی ان کی طرف سے بھی اپنا تقدس برقرار ہی نہیں رکھا۔ ٹھیک ہوگا، یہ صرف گیسٹ ہے اور چیف گیسٹ ہے بس۔ اچھا ویسے میں بھی نا پرانے معاملے چھیڑنے کا تعلق ہی نہیں تھا۔ زور لگایا میاں صاحب، سوری آپ کی بات، میاں صاحب نے پورا زور لگایا امتیاز صاحب کو کہ امتیاز صاحب دیکھیں آپ کی اور ابن ماجہ کی گفتگو بہت اچھی ہو گئی ہے، باقی چیزیں کو رہنے دیں، یہاں پہ اس گفتگو ختم کرتے ہیں۔ انتظامی معاملات میں جہاں پہ آپ یہ جو عامر حق یا امیر حق صاحب جو تھے نا، ان سے کہا کہ آپ انتظامی طور پہ جو چاہتے ہیں کہ کہاں بہتری ہونی چاہیے، کہاں پہ کوئی اس کو انتظامی معاملات وہ بتا سکتے ہیں، انہوں نے پھر پورے رائے دی ہے۔ میاں صاحب کے سٹاپ کرنے کے باوجود امتیاز صاحب نے گارنٹی لیا کہ میں گارنٹی لیتا ہوں کہ ماحول خراب نہیں ہوگا۔ میاں صاحب آخری دم تک بس ادھر ہیں کہ دیکھیں، انہوں نے بات کرنے سے کہا کہ میں نہیں کرنی ہے، دنان صاحب نے، انہوں نے کہا ٹھیک ہے جی، نہیں کرنا چاہتے نہ کریں۔ اچھا ایسے وہ اگر اس بارے میں نا بعد میں بات کر لیں گے، اس بات کو چھوڑ دیں، وہ پرانی بات ہو گئی ہے۔ تو میں بھی اسی بات پہ تائید کرتا ہوں کہ اویس مجھے سمجھ نہیں آتی صاحب کی براڈ پہ جو ہے نا کل سے گفتگو کا آغاز کریں۔ ایک بار آپ جو سارے ادھر بات کر رہے ہیں، بات تو وہ ہے ہی نہیں وہاں پہ۔ میں اس گفتگو میں شامل تھا، میں اس لیے یہ بات کرنی ہے اپنا فرض سمجھتا ہوں
मियाँ साहब के ऊपर इल्ज़ाम आ रहा है। मियाँ साहब वहाँ पे एडमिनिस्ट्रेशन का काम करते हैं और अल्लाह के फजल से मैं समझता हूँ कि मैंने ऐसा कंट्रोल नहीं देखा किसी का। वो बेशक अच्छा चले वो बात छोड़ देना, वो मैं भी आपकी ब्रांड पे आ जाऊंगा, मुझे एक वहाँ पे बात बात की कर समझ नहीं लेंगे। आती, मुझे एक बात की समझ नहीं आती। मियाँ साहब ने पूरा रुकावट का मतलब है कि कंट्रोल किया उन्होंने। मियाँ साहब ने कहा छड़ दो गल, रहन दो, चंगा है इस बार। लेकिन बहरहाल आगे जब बात निकली, दो बंदों के अंदर बात हुई। एक बंदे ने सवाल किया मीर साहब ने कि जी इम्तियाज साहब एक गल है, हाँ जी मनु मंजूर है। दूजी गल है मनु मंजूर है। तीजी गल जी मनु मंजूर है। चौथी गल टाइम कोई मसला जी यूके का 8 बजे रख लो, दिन इतवार तो शुरू, अगला हफ्ता इतवार, उदू बाद भी इतवार। लो जी जदों आए ने अपना अमर हक साहब, ओ जी मेरा भी एक रहिंदा, ओ जी आप मीर साहब उससे बात करेंगे तो मुनाजरा होगा। यार तो पहले तुम हिम्मत करके बता दो ना कि मैंने मुनाजरा तब करना है जब मीर साहब ने आमिर हक से बात करनी है। पहले तुम लोग वादे क्यों कर रहे हो? अनवर भाई मैं आपको इसका जवाब देता हूँ, 1 मिनट ठहरें। बात ये है, मैं आपको इसका जवाब देता हूँ। असल में मियाँ साहब चूंकि ऊपर देख रहे थे, मियाँ साहब मैसेज नहीं पढ़ रहे थे। आपने आपने भाई को ना गालियां निकाली हैं वहां पे, आपने मैसेज के अंदर गालियां निकाली हैं। आप कहेंगे तो मैं आपको स्क्रीनशॉट भी भेज दूंगा। किसको? इम्तियाज भाई को। कौन सी गालियां? कमेंट्स के अंदर आपको चाहिए मैं भेज देता हूँ, मैं मियाँ साहब को भेज देता हूँ, आप चेक कर लें। मैं तो उसके मुंह में भी कहूंगा अगर वो आप उसको सामने लाए। डोंट केयर अबाउट दैट। अच्छा So if you never care about them, then why you are here? Why you are here? If you want to talk with him, then go from here. Then go from here. No need to talk with me. No, get out from here. Get out from here. Get out from here. No need to talk with me. No need to talk with me. Get out from here. No need to talk. अच्छा छोड़े ये देखिए मियाँ साहब, ये मियाँ साहब की बात, मियाँ साहब की ब्राड की बात यार। छोड़े और कल की तय करें यहाँ इस ब्रॉड पे ना। अवैस भाई आपकी ब्रॉड पे कल से गुफ्तगू का आगाज करें। अच्छा जी अवैस भाई, मैं अलामा साहब फेवर अपना बड़ा शुक्रगुजार हाँ जी। ਮੈਨੂੰ ਬੜੀ ਇਹਨਾਂ ਨੇ ਗਿਫਟਿੰਗ ਕਰਾ ਦਿੱਤੀ ਹੈਗੀ ਤੇ ਮੇਰਾ ਤੇ ਅਗਲੇ 5 ਸਾਲ ਬੰਨੇ ਜੇ ਤੇ ਮੇਰੀ ਅਲਾਮਾ ਸਾਹਿਬ 2 ਇੱਕ ਹੋਰ ਡਿਬੇਟਾਂ ਦਾ ਬੰਦੋਬਸਤ ਕਰੋ ਤੇ ਮੈਂ ਲਾਈਫ ਟਾਈਮ ਜਿਹੜਾ ਨਾ ਉਹ ਹਰ ਸ਼ਾਇਦ ਮੇਰੇ ਇੰਨਾ ਕਿ ਖਾਣ ਪੀਣ ਹੋ ਜਾਵੇ ਕਿ ਮੈਨੂੰ ਲਾਈਵ ਲਾਉਣ ਦੀ ਜ਼ਰੂਰਤ ਹੀ ਨਾ ਪੇਸ਼ ਆਵੇ। ਇਹ ਸਭ ਹੈ ਤੇ ਪੂਰੀ ਦੁਨੀਆ ਅਲਾਮਾ ਸਾਹਿਬ ਤੁਹਾਡਾ ਮੇਰਾ ਤੇ ਸਾਰਿਆਂ ਦਾ ਜਿਹੜੇ ਵੀ ਗੁਫ਼ਤਗੂਆਂ ਕਰਦੇ ਨੇ ਇਹਨਾਂ ਦਾ ਤੇ ਦਾਰੋਮਦਾਰ ਸਾਰਾ ਇਹੋ ਜਿਹੇ ਲੋਕਾਂ ਦੀ ਗਿਫਟਿੰਗ ਤੇ ਹੈਗਾ ਨਾ, ਨਹੀਂ ਜਿਹੜੇ 5 ਫੁੱਲ ਮਾਰ ਕੇ ਤੇ ਗਿਣਾਉਂਦੇ ਪਏ ਨੇ 5 ਕੋਇਨ, ਉਹ ਵੀ ਨਹੀਂ ਮਾਰੇ ਹੋਣੇ, ਜਿਹੜੇ ਕਿ 2.5 ਸੈਂਟ ਦੇ ਵੀ ਨਹੀਂ ਹੁੰਦੇ। ਬੜੀ ਜੀ ਗਿਫਟਿੰਗ मैं चलो, कोई नहीं। करो ते फैसला करो। मेरे को 2-4 मिनट ने, टाइम मेरा खत्म हो गया। ठीक है आमिर भाई कर लेते, फिर मैं ले लेता हूँ ना जिसको लेना, मैं टाइम बता दूंगा आपको। ਅਲਾਮਾ ਸਾਹਿਬ ਅਬੂ ਬੱਕਰ ਸਾਹਿਬ ਤੇ ਅਲਾਮਾ ਸਾਹਿਬ, ਤੁਸੀਂ ਮੇਰੇ ਤੋਂ ਖੁਦ ਬਹੁਤ ਜ਼ਿਆਦਾ ਪੁਰਾਣੇ ਔਰ ਸਿਆਣੇ ਹੈਗੇ ਹੋ। ਇਹ ਜਿਹੜੀਆਂ ਮਤਲਬ ਕਿ ਚਲਾ ਰਹੇ ਨਾ ਮਾਮਲਾਤ, ਇਹ ਤੁਹਾਨੂੰ ਹੀ ਪਤਾ ਕਿ ਇਹ ਕੰਪੇਨਾਂ ਕਿਸ ਲਈ ਚੱਲ ਰਹੀਆਂ ਨੇ ਤੇ ਕਿਉਂ ਚੱਲ ਰਹੀਆਂ ਨੇ। ਨਵੇਂ ਨਵੇਂ ਆਏ ਨੇ, ਉਹਨਾਂ ਨੇ ਵੀ ਟਿਕਟਾਕ ਤੇ ਜਗ੍ਹਾ ਬਣਾਉਣੀ ਹੈ ਤੇ ਉਹ ਇੰਝ ਹੀ ਬਣਨੀ ਹੈ ਨਾ ਕਿ ਦੂਏ ਦੀ ਪੌੜੀ ਖਿੱਚਣੀ ਹੈ ਜਜ਼ਬਾਤੀ ਮਾਰ ਮਾਰ ਕੇ, ਵੀ ਉਹ ਨਾ ਜਾਣ ਕੇ ਸਾਡੇ ਕੋਲ ਵੀ 10 ਬੰਦੇ ਜਿਹੜੇ ਬਹਿੰਦੇ ਨੇ ਉਹ ਕਿਤੇ ਡਾਇ ਬਾਇ ਨਾ ਹੋ ਜਾਣ। ਨਾਰਮਲ ਹੈ, ਬਾਈਕਾਟ ਸ਼ਾਈਕਾਟ ਕਰਾਂਗਾ ਤੇ ਨਹੀਂ ਤਫਦਾਰ ਕਰ ਵੀ ਉਹ ਤੇ ਅਲਾਮਾ ਸਾਹਿਬ ਤੁਹਾਨੂੰ ਪਤਾ ਹੀ ਹੈਗਾ, ਮੈਂ ਤੇ ਇਹਨਾਂ ਚੀਜ਼ਾਂ ਦੀ ਕਦੀ ਪਰਵਾਹ ਹੀ ਨਹੀਂ ਕੀਤੀ। ਇਹ ਮੈਂ ਆਪਣੇ ਦੀ ਪਰਵਾਹ ਕਰਦਾ ਤੇ ਦੂਸਰਿਆਂ ਦੀ ਤੇ ਜੀ ਮੈਂ ਇਜਾਜ਼ਤ ਲੈ ਰਲ ਕੇ ਇਜਾਜ਼ਤ ਲੈਂਦੇ ਹਾਂ। ਭਾਈ ਵਲੀਦ ਭਾਈ ਜਿਹੜੀ ਗੱਲ ਤੈਅ ਕਰ ਸਕਣ ਦੇ ਨਾ ਮੇਰੀ ਤਰਫੋਂ, ਜਿਹੜਾ ਮੌਜੂ ਜਿਹੜਾ ਟਾਈਮ ਜਿਹਦੇ ਨਾਲ ਤੇ ਮੈਂ ਹਾਜ਼ਰ ਹਾਂ ਜਨਾਬ ਇਨਸ਼ਾਅੱਲਾ। ਕੱਲ ਜਿਸ ਵੇਲੇ ਆਖੋ ਤੇ यूरोप ਦੇ ਟਾਈਮ ਦਾ ਥੋੜਾ ਜਿਹਾ ਮਲੂਜ਼ੇ ਖਾਤਰ ਰੱਖਿਓ, ਰਾਤ 12 ਦਾ ਟਾਈਮ ਨਾ ਰੱਖ ਲਿਓ। ठीक है आमिर भाई जी मैं जी देख बिल्कुल मैं ਜਜ਼ਾਕ ਅੱਲਾ। ਤੇ ਇੱਕ ਥੱਲੇ ਫਸਾਦੀ 1-to-1 ਹੈਗਾ ਤੇ ਇਹਨੂੰ ਮੇਰਾ ਮੈਸੇਜ ਹੈ ਕਿ ਤੂੰ ਆਪਣੇ ਫਸਾਦਾਂ ਤੇ ਚੱਲਿਆ ਰਹਿ, ਤੇਰੀ ਛਿਤਰਾਂ ਜੀ ਤੈਨੂੰ ਦਾਲ ਮਿਲਣੀ ਹੈਗੀ। ਮੈਂ ਬੜਾ ਮਾਜ਼ਰਤ ਨਾਲ ਇੱਕ ਸਖਤ ਲਫ਼ਜ਼ ਬੋਲਿਆ, ਮੈਂ ਤੇਰੇ 5-10 ਕਮੈਂਟ ਜਿਹੜੇ ਨਾ ਉਹ ਬਰਦਾਸ਼ਤ ਕੀਤੇ ਨੇ। ਵੈਸੇ ਤੇ ਫਿਰ ਇੰਨੀ ਇੱਜ਼ਤ ਹੁੰਦੀ ਮੇਰੇ ਨੂੰ ਕਹਿੰਦੇ ਨੇ ਕਿ ਇਹ ਕਹਿੰਦੇ ਨੇ ਵੈਸ ਭਾਈ ਮੈਂ ਤੁਹਾਨੂੰ ਸਟੇਟ ਵੇ ਦੱਸਦਾ ਕਿ ਮੀਆਂ ਸਾਹਿਬ ਗਾਲਾਂ ਕੱਢਦੇ ਨੇ। ਹਾਂ ਮੀਆਂ ਸਾਹਿਬ ਬਿਲਕੁਲ ਕੱਢਦੇ ਜੀ, ਔਰ ਉਹਨੂੰ ਹੀ ਕੱਢਦੇ ਜਿਹੜਾ ਉਹ ਜ਼ੁਬਾਨ ਬੋਲੇ, ਕਿਉਂਕਿ ਮੀਆਂ ਸਾਹਿਬ ਉਸ ਮਾਮਲੇ 'ਚ ਕੋਈ ਮਜ਼ਹਬੀ ਤੇ ਦਾੜੀ ਵਾਲੇ ਬੰਦੇ ਨਹੀਂ ਹੈਗੇ। ਮੀਆਂ ਸਾਹਿਬ ਸ਼ੇਵ ਵਾਲੇ ਬੰਦੇ ਨੇ, ਮੁੱਛਾਂ ਵਾਲੇ ਬੰਦੇ ਨੇ ਤੇ ਜੱਟ ਕੇ ਬੰਦੇ ਨੇ ਤੇ ਡੇਰੇਦਾਰੀ ਦੇ ਬੰਦੇ ਨੇ। ਤੇ ਮੀਆਂ ਸਾਹਿਬ ਹਰ किस्म ਦਾ लितर पौला करन दे। ये मियाँ साहब आपको मैंने आगे बताया था, याद होगा मियाँ साहब, मैंने आपको उसी टाइम में आगे बताया था ना कि यार मियाँ साहब लोग ऐसे कह रहे हैं। हाँ हाँ तो मैं कभी मैंने कोई झूठ तो नहीं ना बोलना कि नहीं नहीं वो तो मैं तो ऐसे नहीं, हाँ जी मैं तो ऐसे नहीं। मैं भैया ਕੱਢਣਾ ਜਿਹੜਾ ਮੈਨੂੰ ਕੱਢੇਗਾ, ਮੈਂ ਉਹਦੀ ਜਿਹੜਾ ਮੇਰੀ ਮਾਂ ਨੂੰ ਕੱਢੇਗਾ ਉਹਦੀ ਮਾਂ ਮੇਰੇ ਮਾਂ ਨਾਲੋਂ
ਕੋਈ ਵੱਧ ਨਹੀਂ ਹੈਗੀ। ਜਿਹੜਾ ਮੈਨੂੰ ਭੈਣ ਦੀ ਕੱਢੇਗਾ ਉਹਦੀ ਭੈਣ ਮੇਰੇ ਭੈਣ ਨਾਲੋਂ ਕੋਈ ਜ਼ਿਆਦਾ ਸਜਦਾਣੀ ਨਹੀਂ ਹੈਗੀ। ਮੈਂ ਤੁੰਨ ਦਾਂਗਾ, ਜਿਹੜਾ ਆਪਣਾ ਵੀ ਹੋਏਗਾ ਪਰਾਇਆ ਵੀ ਹੋਏਗਾ। म्यूट कर आई डोंट केयर। मियां साहब म्यूट कर दिया, मियां साहब म्यूट कर दिया, टेंशन ना ले। ਵਲੀਦ ਭਾਈ ਫਿਰ ਮੈਂ ਇਜਾਜ਼ਤ ਲੈਣ ਲੱਗਾ ਤਾਂ ਤੁਸੀਂ ਤੈਅ ਕਰ ਲਓ ਜਿਹੜੀ ਕੋਈ ਗੱਲਬਾਤ ਹੈ ਕੱਲ ਫਿਰ ਇਨਸ਼ਾਅੱਲਾ ਜਿਸ ਤਰ੍ਹਾਂ ਰੱਖੋਗਾ। ठीक है ठीक है आमिर भाई, शुक्रिया। ठीक है अमर भाई, शुक्रिया अमर भाई। जज़ाकल्लाह, अस्सलाम वालेकुम। मियां साहब आज लगानी नहीं है ब्रोड? ठीक है वैस भाई, मैं भी इजाजत चाहूंगा। हाँ मैं बस अब तैयारी कर रहा हूँ, रह गए 20-25 मिनट। मियाँ जी नशा ओके, लगे अल्लाह हो? हाफिज। मियाँ जी नशा लगे हो? मियाँ साहब हाँ जी नशा लगा। लेकिन एक मिनट सियाल भाई, नसांगा जरूर, लेकिन नाइक दे कोई 200-300 ਦਾ बूट पा के और 15-20 रुपए वाले फ्लीट बूट पा के नहीं नसा। मियां साहब आपने बड़े पैसे इकट्ठे कर रही हैं, मियां साहब आपने बड़े पैसे इकट्ठे कर लिए हैं, आपके ऊपर फतवा है ये भी। हाँ जी वो हजरत अल्लामा इम्तियाज साहब को भी तकरीबन $500-700 हुआ था उस दिन ऑस्ट्रेलिया। अच्छा ये बात भी सही है। हाँ मियाँ साहब ਤੁਹਾਨੂੰ ਕਿੰਨਾ ਹੋ ਗਿਆ? और मनु तो चुंगी मिलती होंगी 5% 10% ਮਸੂਲ ਚੰਗੇ ਤੇ ਉਹ ਵੀ ਤੁਹਾਡੇ ਵਾਸਤੇ ਕਿ ਜੇ ਤੁਸੀਂ ਚੰਗੀ ਗੱਲ ਕਰੋਗੇ ਤੇ ਤੁਹਾਨੂੰ ਬੈਕ ਕਰ ਦਿੰਦੇ, ਅਸੀਂ ਕਿਹੜਾ ਤੁੜਾਣੇ ਹੁੰਦੇ ਨੇ, ਕੋਈ ਨਾ ਇਹ ਚ ਕਨਵਰਟ ਕਰ ਦਈਦੇ ਨੇ। ਉਹ ਮੀਆਂ ਸਾਹਿਬ ਤੁਹਾਡਾ ਉਹਦਾ ਹਿਸਾਬ ਨਹੀਂ ਹੈ ਜਿੱਦਾਂ ਸ਼ਾਦੀਆਂ ਦੇ ਵਿੱਚ ਪੁਰਾਣੇ ਵਕਤਾਂ ਦੇ ਵਿੱਚ ਕਿਸੇ ਨੇ ਕਾਪੀ ਰੱਖ ਕੇ ਬਾਹਰ ਬੈਠਾ ਹੁੰਦਾ ਸੀ, ਜਿਹੜਾ ਅੰਦਰ ਆ ਰਿਹਾ ਉਹ ਲਿਖਾਂਦਾ ਹੁੰਦਾ ਸੀ ਮੈਂ ਇੰਨੇ ਪੈਸੇ ਦੇਣੇ ਨੇ। ਉਹ ਨਿਉਂਦਰਾ ਹਾਂਜੀ ਆਮਰ ਨਹੀਂ, ਅਸੀਂ ਤੇ ਨਿਉਂਦਰਾ ਵਾਪਸ ਕਰ ਦਿੰਦੇ ਮਿਆਂ ਸਾਹਿਬ ਮੈਂ ਤੁਹਾਡੀ ਬਰੋਡ ਤੇ ਆ ਕੇ ਨਾਸਰ ਭਾਈ ਨੂੰ ਸੁਣਨਾ ਤੇ ਅਸਲੀ ਜਿਹੜਾ ਨਾ ਮੇਰੀ ਪਾਬੰਦੀ ਨਹੀਂ ਲਾਣੀ ਉੱਥੇ, ਤੁਹਾਡੀ ਮਿਹਰਬਾਨੀ ਨਾਸਰ ਭਾਈ ਦੇ ਨਾਲ। ਨਹੀਂ ਕਿਸੇ ਦੀ ਵੀ ਪਾਬੰਦੀ ਨਹੀਂ, ਕਿਸੇ ਦੀ ਵੀ ਕਦੀ ਵੀ ਨਹੀਂ ਪਾਬੰਦੀ ਹੋਏਗੀ। ਜਿਹੜਾ ਪਿਆਰ ਮੁਹੱਬਤ ਨਾਲ ਅੱਛੇ ਤਰੀਕੇ ਨਾਲ ਇਖਲਾਕ ਦੇ ਦਾਇਰੇ ਰਹਿ ਗੱਲ ਕਰੇ, ਕੋਈ ਪਾਬੰਦੀ ਨਹੀਂ, ਨਾ ਕੋਈ ਪ੍ਰੈਸ਼ਰ ਹੈ। ਪ੍ਰੈਸ਼ਰ ਮੇਰੇ ਤੇ ਮੇਰਾ ਆਪਣਾ ਹੀ ਹੁੰਦਾ ਕਿ ਜਿਹਨੂੰ ਮੈਂ ਖੁਦ ਸਮਝ ਲੈਣਾ ਕਿ ਨਹੀਂ ਹੋਣੇ ਤਾਂ ਇੱਕਦਮ ਕੋਈ ਨਹੀਂ ਰਿਹਾ ਹੈਗਾ, ਕਹਾਣੀ ਰਹਿ ਗਈ ਹੈ, ਉਹ ਹੀ ਹੈ ਬਸ ਨਾ ਲਓ। ਬਾਕੀ ਜਿਹੜਾ ਵੀ ਬੰਦਾ ਹੈ ਪਿਆਰ ਮੁਹੱਬਤ ਨਾਲ ਇੱਜ਼ਤ ਇਤਰਾਮ ਦੇ ਨਾਲ ਅਦਬੀ ਗੱਲ, ਅਬੂ ਬਕਰ ਸਾਹਿਬ ਬੈਠੇ ਨੇ ਇਸ ਸਾਲ ਦੇ ਸ਼ੁਰੂ ਵਿੱਚ ਮੇਰੇ ਕੋਲ ਆਏ ਸੀ ਜਨਵਰੀ 'ਚ। ਮੈਂ ਇਹਨਾਂ ਨੂੰ ਬੜੇ ਮਤਲਬ ਕਿ ਬੁਲਾਇਆ ਸੀ ਇੱਧਰ ਉੱਧਰ ਲੋਕਾਂ ਦੇ, ਇਹਨਾਂ ਨੇ ਥੋੜ੍ਹੀ ਜਿਹੀ ਆਪਣੇ ਉਹ ਪੁਰਾਣੇ ਟਾਊਨ 'ਤੇ ਗੱਲ ਕੀਤੀ, ਮੈਂ ਉਸੇ ਟਾਈਮ ਨੀਚੇ ਕਰਤਾ। ਲੇਕਿਨ ਅੱਜ ਤੋਂ 10-15 ਦਿਨ ਪਹਿਲੇ ਆਏ ਨੇ, ਪੁੱਛ ਲਓ 1.5-2 ਘੰਟੇ ਗੱਲ ਕਰਕੇ ਗਏ ਨੇ। ਔਰ ਇਹਨਾਂ ਮੈਂ ਮਹਿਸੂਸ ਵੀ ਨਹੀਂ ਕਰਾਇਆ ਕਿ ਤੁਸੀਂ ਇੱਕ ਵਾਰੀ ਮੇਰੀ ਲਾਈਵ ਤੇ ਆਏ ਔਰ ਮੈਂ ਤੁਹਾਨੂੰ ਉਤਾਰਿਆ ਸੀ। ਨਹੀਂ ਉਹਨਾਂ ਨੇ ਉਹ ਸਾਰੀ मैंने कहा यार बड़ी बात लंबा चौड़ा मैं जो करवाई है ना डिबेट, उसके अंदर मीर सलीम साहब को भी आपने कहा यार खामोश हो जाओ, तो आपने उनको भी खामोश करवाया। तो ये इससे बड़ी और क्या बात है? मैंने ओ यार इनको को तो पता ही को नहीं, आपको भी शायद नहीं पता होगा। अबू बकर साहब ਨੂੰ ਸ਼ਾਹ ਸਾਹਿਬ ਨੂੰ ਸਿਆਲ ਜੰਗ ਵਾਲੇ ਬਾਈ ਨੂੰ ਪਤਾ ਹੈ, ਮੁਫਤੀ ਮੁਬਸ਼ਰ ਨੂੰ ਸਾਰੇ ਜਾਣਦੇ ਨੇ। ਮੁਫਤੀ ਮੁਬਸ਼ਰ ਸਾਹਿਬ ਨਾਲ 2 ਮਿੰਟ ਕੋਈ ਆਮ ਦੀ ਗੱਲ ਕਰਨਾ ਪਸੰਦ ਨਹੀਂ ਕਰਦਾ, ਔਰ ਮੁਫਤੀ ਮੁਬਸ਼ਰ ਸਾਹਿਬ ਸਲੀਮ ਮੀਰ ਨਾਲ 1 ਮਿੰਟ ਗੱਲ ਕਰਨਾ ਪਸੰਦ ਨਹੀਂ ਕਰਦੇ। ਮੈਂ ਮੌਲਵੀ ਮੁਫਤੀ ਮੁਬਸ਼ਰ ਸਾਹਿਬ ਨੂੰ ਤੇ ਸਲੀਮ ਮੀਰ ਨੂੰ ਇਕੱਠਿਆਂ ਇੱਕ ਜਗ੍ਹਾ ਤੇ ਬਿਠਾ ਕੇ 2 ਘੰਟੇ ਗੱਲ ਕਰਾਈ ਹੈ। ਅੱਛਾ ਤੇ ਮਤਲਬ ਕਹਿ ਗਏ ਸੀ ਮੀਆਂ ਜੀ ਹੁਣ ਆਪਣੀਆਂ ਤਾਰੀਫਾਂ ਬਸ ਕਰੋ ਤੇ ਕੱਲ ਤੋਂ ਇੱਥੇ ਗੁਫ਼ਤਗੂ ਦਾ ਆਗਾਜ਼ ਕਰਨਾ ਜੇ ਕਿ ਨਹੀਂ? ਨਹੀਂ ਤੇ ਭਈ ਉਹ ਜੋ ਤੁਹਾਡੇ ਨਾਲ ਗੁਫ਼ਤਗੂ ਕਰਦਾ ਬਿਸਮਿਲ੍ਲਾ ਕਰੇ। ਮੈਂ ਤੇ ਨਾ ਕਦੀ ਆਪਣੇ ਨੂੰ ਕਿਹਾ ਨਾ ਕਦੀ ਦੂਸਰਿਆਂ ਨੂੰ ਕਿਹਾ ਕਿ ਆ ਕਰੋ। मियां साहब एक दोनों और मियां प्रोग्राम साहब सेट एक और कर काम भी लेंगे कर सकते ना। हैं। मियां साहब मैं बताता हूँ, एक और आप और मैं कोलैबोरेशन भी कर सकते हैं। आपकी ब्रॉड और मेरी ब्रॉड जो है ना कोलैबोरेट भी हो सकती है। आपके दोस्त उधर बैठे हैं, मेरे दोस्त इधर बैठे हैं, हम आपस में ऐसे भी बात कर सकते हैं। नहीं अवैस भाई, इसके अंदर एक और भी चीज है। जी एक और भी चीज है कि मियाँ साहब आपको मैं कुछ अर्ज करूं? जी जी बोलिए भाई करो। मियाँ साहब अर्ज ये है कि देखें, बात ये है कि ये अवैस भाई हो गए या मेरे जैसे भाई हो गए ना, अगर देखें आप समझते हैं तो मियाँ साहब हम जैसे जो नौजवान हैं हमें थोड़ा सा चांस दें। हमें बेसिकली जिस तरह हम दूसरी तरफ से आमिर भाई की या बाकियों की हेल्प लेते हैं और वो हमें कहते हैं ना कि आप जिधर मर्जी चाहेंगे हम गुफ्तगू करेंगे, इसी तरह हमें आपकी भी हेल्प चाहिए मियाँ साहब। ये नहीं है कि मतलब कि आप कहें कि आप करवा लें, लेकिन हमें आपकी हेल्प चाहिए कि आप हमें चांस दें कि कोई बात नहीं, अगर तुम लोग कुछ तय करना चाहते हो तो मैं तुम्हारे साथ हूँ, आप हमारे साथ कोलैब करें, चाहे आप हमारे साथ इधर आके बैठें। अगर ब्रॉड ये चाहे ये अवैस भाई की चले या मेरी चले या किसी की भी चले, आप ही आएँ, आप ही इंतजामी उमूर को भी देखें, लेकिन आप आएँ, आप हमारे साथ कोलैब करें, हमारी थोड़ी सी हेल्प करें ताकि बात को ना आगे हम चला सकें। क्योंकि आप जिस तरह के बंदे हैं उस तरह के बंदों की हमें बहुत ज़रूरत है।
आप इस चीज को थोड़ा सा समझे मियां साहब। नहीं हम गलती पे हो, मतलब जहाँ पे हम गलती पे आप डांटे, आप कहें भाई कि तुम लोग यहाँ पे गलती पे हो। इसमें कोई ऐसा हाँ ਤੁਹਾਡੀ ਹੈਲਪ ਚਾਹੀਦੀ ਆ ਆਪਕੋ, ਮਤਲਬ ਉਹ ਕਹਿੰਦੇ ਦੁੱਧ ਤਰ੍ਹਾਂ ਵਾਲ ਜਿਹਦਾ ਦੁੱਧ चले ਕੱਢੀ ਦਾ ਨਾ ਉਦਾਂ चले ਨਹੀਂ इस पे ਕੱਢਣਾ, ना ਤੁਹਾਡੀ ਹੈਲਪ इस पे ਚਾਹੀਦੀ ਹੈ ਸਾਹਿਬ। इस पे फिर किसी वक्त बात करते हैं इनबॉक्स में ना। ठीक है ठीक ठीक है ठीक इनबॉक्स ठीक है में मियां बात साहब, कर बहुत लेंगे। शुक्रिया आपका। ठीक ठीक है मियां साहब, ओके अल्लाह हाफिज। Thank you. ठीक है अबू आइए ना बकर भाई, थोड़ा सयाल रोड भाई, लगाइए। मियां बिलाल हुसैन हो के हाल नो वाल है? मैं आपसे बात करना चाहता था कि आज एक अहमदी दोस्त कह रहा था कि सयाल साहब ना लोगों से मोबाइल मांग रहे हैं। वो उन्हें मेरे पर इतराज़ कर रहा था कि किसी बराड पर सयाल साहब कह रहे थे कि मैं मोबाइल लेना, यानी कि वो अपनी वो बात जो मैंने आपको बताया था, कुछ मेरा मिसाल है वो केस वगैरह की बात थी, तो कह रहा कि इसको यानी ना हमारी मुखालफत की वजह से इसकी ये पोजीशन हो चुकी है थे या ये दोस्तों से मोबाइल मांगता है। एक तो आपको पता है कि बंदा आपके सामने दे रहा था ना मुझे मोबाइल, मैंने इनकार कर दिया। आप ना बात करें, मैं बता देता हूँ। वो अपने थे नात कलाम वाला भाई था इधर जर्मनी का, जी तो उसने खुद आज से 4-5 महीने पहले एहसन साहब, हाँ, उन्होंने खुद कहा था कि सयाल भाई आप मुझे बताएं, मैं आपको एड्रेस दे, मैं मोबाइल भेज देता हूँ। जी अच्छा, तो बात ऐसे हुई है कि आपको ये जो गिफ्टिंग हुई है ना, ये मुझे दे दें, मैं मोबाइल ले लेता। नहीं, इससे बेहतर ये नहीं है कि इससे बेहतर इस तरह है कि सयाल साहब एक गुफ्तगू आपकी रखवा लेते हैं, आपका मोबाइल तो नहीं ते ਉਹ ਤੁਸੀਂ ਮੇਰੇ ਕੋਲ ਜੋ ਮੰਗਦੇ ਪਏ ਹੋ, ਤੇ ਜਿਹੜੀ ਉਹ ਚੌਧਰੀ ਇਮਤਿਆਜ਼ ਸਾਹਿਬ ਨੂੰ ਕੋਈ ਲੱਖ 2-3 ਲੱਖ ਰੁਪਏ ਦੀ ਹੋਈ ਹੈ, 4 ਲੱਖ ਦੀ। ਤੇ ਮੇਰਾ ਤੇ ਉਹ ਅਹਿਸਾਸ ਹੈ ਜਿਹੜਾ ਮੈਂ ਤੁਹਾਡੇ ਵਰਗੇ ਭਰਾਵਾਂ ਤੋਂ ਵਰਤਦਾ। नहीं बात ये आपकी बात गिफ्टिंग पर कोई इतराज कर रहा था ना, मैं इसलिए कह रहा हूँ कि आपकी जो गिफ्टिंग हुई है ना, आपको उस पर इतराज कर रहा था। तो हाँ जी, तो मियाँ साहब हम ये कहते हैं कि अगर कुछ 70% भी कोई अगर इंसाफ कर जाता है ना, तो हम तो उसको भी सलाम करते हैं। तो आप जो बातचीत करवाते हैं ये आपकी बड़ी हिम्मत है। मुखालफत होती रहती है, अपने भी करते हैं, बेगाने भी करते हैं, इतराज़ात भी होते हैं, तो आप माशाल्लाह इसमें कामयाब है। हम आपकी मिसालें आपसे अलहदा होकर भी आपकी तारीफ करते हैं। सयाल साहब ਉਹਦੀ ਇੱਕ ਮੈਂ ਪਹਿਲੇ ਵੀ ਦੱਸ ਚੁੱਕਿਆ ਇੱਕ ਅੱਧੀ ਵਾਰੀ, ਔਰ ਹੁਣ ਵੀ ਦੱਸ ਦਿੰਦਾ ਕਿ ਜਦੋਂ ਮੈਂ ਇਹ ਜੇ ਚੀਜ਼ ਨੂੰ ਸਿਰ ਦੇਣਾ ਨਾ, ਉਸ ਵਕਤ ਨਾ ਮੈਂ ਮੁਸਲਮਾਨ ਹੁੰਨਾ ਤੇ ਨਾ ਮੈਂ ਕੋਈ ਅਹਿਮਦੀ ਹੁੰਨਾ। ਉਸ ਟਾਈਮ ਮੈਂ ਸਿਰਫ ਅੱਲਾਹ ਤਾਲਾ ਨੇ ਜੋ ਫਰਮਾਇਆ ਨਾ ਕਿ ਇਨਸਾਫ ਦੇ ਤਕਾਜ਼ੇ ਪੂਰੇ ਕਰ, ਜਿਸ ਹੱਦ ਤੱਕ ਤੇਰੇ ਕੋਲ ਹੁੰਦੇ ਨੇ, मैं वही सिर्फ कोशिश कर रहा हूँ, क्योंकि गुफ्तगू का हिस्सा मैं ਹੁੰਦਾ नहीं मेरे जिम्मे ते, मतलब कि क्योंकि ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇਨਸਾਨ ਨੂੰ ਇਮੋਸ਼ਨਲੀ ਮੀਆਂ ਸਾਹਿਬ ਬਹੁਤ ਬਿਜ਼ੀ ਨੇ, ਜਾਣਦੇ ਹੋਣੇ ਉਹਨਾਂ ਨੂੰ। ਬਕਰ ਭਾਈ ਇੱਕ ਮਿੰਟ, ਇਹ ਦੋਵੇਂ ਚੀਜ਼ਾਂ ਜਿਹੜੀਆਂ ਨਾ ਇਨਸਾਨ ਨੂੰ ਇਮੋਸ਼ਨਲੀ ਬਲੈਕਮੇਲ ਕਰਦੀਆਂ ਨੇ, ਤੇ ਜਦੋਂ ਇਹਨਾਂ ਦੋਵਾਂ ਚੀਜ਼ਾਂ ਦਾ ਤੁਸੀਂ ਆਪਣੇ ਤੋਂ ਬਰਡਨ ਉਤਾਰ ਦਿਓਗੇ ਨਾ, ਫਿਰ ਤੁਹਾਨੂੰ ਕੋਈ ਮਸਲਾ ਮਸਾਇਲ ਨਹੀਂ ਹੋਏਗਾ। हाँ जो काम खत्म होता फिर तुम अपनी जगह ते आ जाओ, कोई मसला नहीं। बानी मियाँ साहब ਤੁਹਾਨੂੰ पैसे और मिल गए ने ते अल्लाह खैर करे, देखो ना। नहीं अगे भी दाने मियाँ साहब बड़ी मेहरबानी, ਤੁਹਾਡੀਆਂ ਦੁਆਵਾਂ ਦੇ ਦਾਣੇ ਦਿੱਤੇ ਘਰ ਅਸੀਂ ਖਾਣੇ, ਹੋਰ ਤੇ ਕੋਈ ਨਹੀਂ ਅਸੀਂ ਇਨਕਮ। ਇਹ ਆਪਣਾ ਵੈਸ ਸਾਹਿਬ ਕਿੰਨੇ ਕ ਪੈਸੇ ਤੁਸੀਂ ਇਹਨਾਂ ਹਫਤੇ ਚ ਕਿੰਨਾ ਕਮਾ ਲਿਆ ਜੀ? ठीक है वैस भाई, वली साहब, शाह जी और मियाँ साहब रुको, मियाँ साहब एक मिनट रुको तो सही। तो ਉਹ ਮੈਂ ਸਰ ਆਪਣੀ ਵੀ ਲਾਈਵ ਔਨ ਕਰਨੀ ਇੱਕ ਹੈ। ਕੰਪੇਨ ਚੱਲੀ ਹੋਈ ਹੈ ਬਈ ਇਹ ਜਿਹੜੇ ਵੀ ਗੁਫ਼ਤਗੂ ਕਰਦੇ ਨੇ ਪੈਸੇ ਖਾਤਰ ਕਰਦੇ ਨੇ, ਇਹ ਵੀ ਕੰਪੇਨ ਔਰ ਤੁਹਾਡੇ ਬੇਲੀਆਂ ਨੇ ਵੀ ਚਲਾਈ ਹੋਈ ਹੈ। तो यही कहा मैंने मियां साहब को, ਸਾਰੀ ਗੱਲ ਪੇਨ ਤੇ ਹੁੰਦੀ ਹੈ ਨਾ ਜਦੋਂ ਬੰਦਾ ਮਤਲਬ ਕਿ ਮਤਲਬ ਜਦੋਂ ਸਪੇਸਾਂ ਤੇ ਮੈਂ ਪੁੱਛ ਰਿਹਾ ਵੀ ਕਿੰਨੇ ਕੁ ਲੱਖ ਕਮਾਲ ਹੈ ਜੇ ਮੀਆਂ ਸਾਹਿਬ ਇਹ ਬਰੋਡ ਤੋਂ, ਮੈਂ ਇਹ ਪੁੱਛ ਰਿਹਾ।